ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਵੀ ਤੁਸੀਂ ਗੁਰੂ ਘਰੇ ਜਾਂਦੇ ਹੋ, ਜੇਕਰ ਗੁਰੂ ਘਰ ਜਾਣ ਤੋਂ ਪਹਿਲਾਂ ਤੁਹਾਨੂੰ 3 ਚੀਜ਼ਾਂ ਮਿਲ ਜਾਂਦੀਆਂ ਹਨ ਤਾਂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਤੁਹਾਡੀ ਗੁਰੂ ਘਰੇ ਕੀਤੀ ਹੋਈ ਅਰਦਾਸ ਪਰਮਾਤਮਾ ਜੀ ਦੇ ਚਰਨਾਂ ਦੇ ਵਿੱਚ ਕਬੂਲ ਹੋ ਜਾਵੇਗੀ। ਸਾਧ ਸੰਗਤ ਜੀ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ। ਸੰਗਤ ਜੀ, ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਆਖਦੇ ਹਨ ਕਿ ਅਸੀਂ ਤਾਂ ਅਰਦਾਸਾਂ ਕਰ ਥੱਕ ਚੁੱਕੇ ਹਾਂ, ਸਾਡੀਆਂ ਅਰਦਾਸਾਂ ਬੇਨਤੀਆਂ ਸਾਡੇ ਮਨ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋ ਰਹੀਆਂ। ਤਾਂ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲੈਣਾ। ਸਾਧ ਸੰਗਤ ਜੀ, ਗੁਰੂ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਸਾਖੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲ ਜਾਵੇਗੀ। ਇਹ ਸਾਖੀ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਨੇ ਦਿਆਲੂ ਹਨ। ਜਦੋਂ ਤਰਸ ਦੇ ਘਰ ਦੇ ਵਿੱਚ ਆਉਂਦੇ ਹਨ ਤਾਂ ਆਪਣੇ ਪਿਆਰਿਆਂ ਦੇ ਉੱਤੇ ਕਿੰਝ ਮਿਹਰਬਾਨ ਹੋ ਜਾਂਦੇ ਹਨ ਅਤੇ ਗੁਰੂ ਦੀ ਖੁਸ਼ੀ, ਗੁਰੂ ਦੀ ਮਿਹਰ ਹਾਸਲ ਕਰਨ ਦਾ ਨਵਾਂ ਤਰੀਕਾ ਵੀ ਸਾਨੂੰ ਇਸ ਸਾਖੀ ਦੇ ਵਿੱਚੋਂ ਮਿਲੇਗਾ। ਇਹ ਸਾਖੀ ਤੁਹਾਨੂੰ ਅਸੀਂ ਸ਼ਾਰਟਕਟ ਦੇ ਵਿੱਚ ਸੁਣਾਵਾਂਗੇ, ਇਸ ਨੂੰ ਧਿਆਨ ਦੇ ਨਾਲ ਸੰਗਤ ਜੀ ਜ਼ਰੂਰ ਸੁਣ ਲੈਣਾ। ਇਹ ਸਾਖੀ ਮੇਰੇ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਹੈ। ਸੰਗਤ ਜੀ, ਆਖਦੇ ਹਨ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਪਤੀ ਪਤਨੀ ਹੋਏ ਜਿਨ੍ਹਾਂ ਦੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੈ ਅਤੇ ਘਰ ਔਲਾਦ ਵੀ ਨਹੀਂ ਹੈ। ਉਹ ਮਨੁੱਖ ਦੀ ਪਤਨੀ ਉਹ ਅੱਖਾਂ ਤੋਂ ਦੇਖ ਵੀ ਨਹੀਂ ਸਕਦੀ, ਭਾਵ ਕਿ ਘਰ ਦੇ ਵਿੱਚ ਦੁੱਖ, ਰੋਗ, ਗਰੀਬੀ ਅਤੇ ਘਰ ਦੇ ਵਿੱਚ ਔਲਾਦ ਵੀ ਨਹੀਂ। ਬੜੇ ਹੀ ਦੁੱਖ, ਬੜੀਆਂ ਹੀ ਪਰੇਸ਼ਾਨੀਆਂ ਹਨ। ਥਾਂ ਥਾਂ 'ਤੇ ਜਾ ਕੇ ਮੱਥਾ ਟੇਕਿਆ, ਜਿੱਥੇ ਵੀ ਕਿਸੇ ਨੇ ਕਿਹਾ ਉੱਥੇ ਜਾ ਕੇ ਚਲੇ ਗਏ, ਪਰ ਕਿਸੇ ਪਾਸੇ ਉਹਨਾਂ ਦੀ ਗੱਲ ਨਾ ਬਣੀ। ਕਹਿੰਦੇ ਕਿ ਇੱਕ ਦਿਨ ਪਤਾ ਨਹੀਂ ਕੋਈ ਪੁਰਬਲੇ ਕਰਮ ਜਾਗੇ, ਉਹਨਾਂ ਦਾ ਇੱਕ ਮੇਲ ਗੁਰਮੁਖ ਪਿਆਰੇ ਦੇ ਨਾਲ ਹੋ ਗਿਆ। ਮੇਰੇ 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਦੇ ਨਾਲ ਮੇਲ ਹੋ ਗਿਆ। ਕਹਿੰਦੇ ਉਸ ਸਿੱਖ ਨੇ ਸਿੱਧਾ ਰਸਤਾ ਦੱਸ ਦਿੱਤਾ ਅਤੇ ਸਿੱਖ ਨੇ ਕਿਹਾ ਕਿ ਭਾਈ, ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਕਟਵਾਉਣਾ ਚਾਹੁੰਦੇ ਹੋ, ਦੂਰ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ 10ਵੇਂ ਪਾਤਸ਼ਾਹ ਜੀ ਦੇ ਦਰ 'ਤੇ ਚਲੇ ਜਾਓ। 10ਵੇਂ ਪਾਤਸ਼ਾਹ ਜੀ ਦੀ ਖੁਸ਼ੀ ਮਿਲ ਜਾਵੇਗੀ, ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਕੱਟੇ ਜਾਣਗੇ। ਕਹਿੰਦੇ ਕਿ ਉਹ ਪਤੀ ਪਤਨੀ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਕਿੰਝ ਮਿਲ ਜਾਵੇਗੀ। ਕਹਿੰਦੇ ਕਿ ਉਸ ਸਿੱਖ ਨੇ ਸਿਰੇ ਦੀ ਗੱਲ ਦੱਸੀ ਅਤੇ ਕਹਿਣ ਲੱਗਾ ਕਿ ਜਾਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਜਾ ਕੇ ਮਨ ਲਾ ਕੇ ਸੇਵਾ ਕਰਨੀ ਸ਼ੁਰੂ ਕਰ ਦਿਓ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਸੇਵਾ ਕਰਨ ਵਾਲਿਆਂ ਦੇ ਉੱਤੇ ਮੇਰੇ ਸੱਚੇ ਪਾਤਸ਼ਾਹ ਜੀ ਖੁਸ਼ ਹੋ ਜਾਂਦੇ ਹਨ। ਪਰ ਯਾਦ ਰੱਖਣਾ, ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ, ਮਨ ਲਾ ਕੇ ਸੇਵਾ ਕਰਨੀ ਹੈ। ਖੁਦ ਗੁਰੂ ਦੇ ਪਾਸ ਨਾ ਜਾਇਓ। ਜਿਸ ਦਿਨ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਤੋਂ ਖੁਸ਼ ਹੋ ਗਏ, ਉਹਨਾਂ ਨੇ ਆਪੇ ਹੀ ਤੁਹਾਨੂੰ ਆਪਣੇ ਕੋਲ ਬੁਲਾ ਲੈਣਾ ਹੈ। ਜਿੰਨੀ ਦੇਰ ਤੱਕ ਬੁਲਾਉਣ ਨਾ, ਉਨੀ ਦੇਰ ਤੁਸੀਂ ਮਨ ਲਾ ਕੇ ਸੇਵਾ ਕਰੀ ਜਾਣੀ ਹੈ। ਕਹਿੰਦੇ ਕਿ ਉਹ ਦੋਵੇਂ ਪਤੀ ਪਤਨੀ ਨੇ ਉਸ ਸਿੱਖ ਦਾ ਧੰਨਵਾਦ ਕੀਤਾ ਅਤੇ ਅਗਲੇ ਹੀ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਪਹੁੰਚ ਗਏ। ਕਹਿੰਦੇ ਕਿ ਉੱਥੇ ਜਾ ਕੇ ਲੰਗਰ ਘਰ ਦੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹ ਭਾਈ ਸਾਹਿਬ ਆਪ ਵੀ ਲੰਗਰ ਹਾਲ ਦੇ ਵਿੱਚ ਲੰਗਰ ਪਕਾਉਣ ਦੀ ਸੇਵਾ ਕਰਿਆ ਕਰਦੇ। ਉਹ ਮਨੁੱਖ ਭੱਜ ਭੱਜ ਕੇ ਸੰਗਤ ਦੀ ਸੇਵਾ ਕਰਦਾ ਅਤੇ ਇੱਧਰ ਉਹ ਬੀਬੀ ਵੀ ਸੇਵਾ ਬਰਤਨਾਂ ਦੀ ਕਰਦੀ ਅਤੇ ਇੱਧਰ ਉਹ ਬੀਬੀ ਦੇਖ ਨਹੀਂ ਸੀ ਸਕਦੀ, ਇਸ ਕਰਕੇ ਉਹ ਬਰਤਨਾਂ ਦੀ ਸੇਵਾ ਲੈ ਲੈਂਦੀ। ਕਹਿੰਦੇ ਕਿ ਸਾਰਾ ਹੀ ਦਿਨ ਮਨ ਦੇ ਵਿੱਚ ਸਿਮਰਨ ਅਤੇ ਹੱਥੀਂ ਸੇਵਾ ਕਰਦੀ ਰਹਿੰਦੀ, ਕਿਸੇ ਦੇ ਨਾਲ ਕੋਈ ਗੱਲਬਾਤ ਨਾ ਕਰਦੀ ਅਤੇ ਹੌਲੀ ਹੌਲੀ ਉਹਨਾਂ ਦੋਵਾਂ ਜੀਆਂ ਦੀ ਚਰਚਾ ਸੰਗਤ ਦੇ ਵਿੱਚ ਹੋਣ ਲੱਗੀ। ਸੇਵਾਦਾਰਾਂ ਦੇ ਕੋਲ ਗੱਲ ਪਹੁੰਚ ਗਈ ਕਿ ਜੋ 2 ਜੀ ਆਏ ਹਨ ਉਹ ਬੜੇ ਹੀ ਮਨ ਲਾ ਕੇ ਸੇਵਾ ਕਰਦੇ ਹਨ, ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੇ, ਸਾਰਾ ਦਿਨ ਸੇਵਾ ਸਿਮਰਨ ਕਰਿਆ ਕਰਦੇ ਹਨ। ਆਖਦੇ ਕਿ ਸੇਵਾਦਾਰਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ। ਅੰਤਰਜਾਮੀ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਆਖਦੇ ਹਨ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਬੁਲਾਵਾ ਭੇਜਿਆ ਹੈ, ਕਿਹਾ ਹੈ ਕਿ ਜਾਓ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ। ਕਹਿੰਦੇ ਕਿ ਜਦ ਕਿਸੇ ਸੇਵਾਦਾਰ ਨੇ ਆ ਕੇ ਉਸ ਪਤੀ ਪਤਨੀ ਨੂੰ ਦੱਸਿਆ ਕਿ ਭਾਈ ਤੁਹਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਬੁਲਾਇਆ ਹੈ, ਤਾਂ ਕਹਿੰਦੇ ਕਿ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਸਮਝ ਗਏ ਕਿ ਸਾਡੇ ਤਾਂ ਭਾਗ ਖੁੱਲ੍ਹ ਗਏ ਹਨ। ਜਿਵੇਂ ਹੀ ਸਿੱਖ ਨੇ ਕਿਹਾ ਸੀ
ਉਹ ਵੇਲਾ ਆ ਗਿਆ। ਸਿੱਖ ਨੇ ਕਿਹਾ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਤੋਂ ਖੁਸ਼ ਹੋ ਚੁੱਕੇ ਹਨ, ਖੁਸ਼ ਹੋ ਕੇ ਆਪ ਬੁਲਾਉਣਗੇ। ਹੁਣ ਪਾਤਸ਼ਾਹ ਜੀ ਨੇ ਆਪ ਬੁਲਾ ਲਿਆ ਕਿ ਜ਼ਰੂਰ ਹੁਣ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਕਰ ਦੇਣਗੇ। ਸਾਨੂੰ ਪੁੱਛਣਗੇ ਕਿ ਤੁਹਾਨੂੰ ਕੀ ਚਾਹੀਦਾ ਹੈ। ਤਾਂ ਆਖਦੇ ਹਨ ਕਿ ਉਹ ਮਨੁੱਖ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਭਾਗਵਾਨੇ ਹੁਣ ਆਪਾਂ ਕੋਈ ਚੀਜ਼ ਆਪਣੇ ਘਰ ਦੇ ਵਿੱਚੋਂ ਰਹਿਣ ਨਹੀਂ ਦੇਣੀ, ਸਭ ਕੁਝ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੰਗ ਲੈਣਾ ਹੈ। ਪਤਨੀ ਕਹਿਣ ਲੱਗੀ ਕਿ ਤੁਸੀਂ ਚੁੱਪ ਕੀਤੇ ਰਹੋ, ਜੋ ਵੀ ਮੰਗਣਾ ਹੈ ਮੈਂ ਮੰਗ ਲਵਾਂਗੀ, ਮੈਨੂੰ ਪਤਾ ਹੈ ਕਿ ਕੀ ਮੰਗਣਾ ਹੈ। ਕਹਿੰਦੇ ਕਿ ਉਹ ਮਨੁੱਖ ਮਨ ਵਿੱਚ ਸੋਚਣ ਲੱਗਾ ਕਿ ਕਿਤੇ ਕੋਈ ਚੀਜ਼ ਛੱਡ ਹੀ ਨਾ ਦੇਵੇ, ਕੋਈ ਚੀਜ਼ ਰਹਿ ਨਾ ਜਾਵੇ। ਉਸਨੇ ਕਿਹਾ ਕਿ ਭਾਗਵਾਨੇ ਮੈਂ ਮੰਗ ਲੈਂਦਾ ਹਾਂ। ਪਰ ਕਹਿੰਦੇ ਕਿ ਉਹ ਪਤਨੀ ਜਿੱਦ ਕਰਨ ਲੱਗੀ, ਕਹਿਣ ਲੱਗੀ ਮੈਨੂੰ ਭਾਵੇਂ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਜਾ ਕੇ ਤੁਹਾਡੇ ਨਾਲ ਝਗੜਾ ਹੀ ਕਿਉਂ ਨਾ ਕਰਨਾ ਪੈ ਜਾਵੇ, ਪਰ ਮੰਗਣਾ ਤਾਂ ਮੈਂ ਹੀ ਹੈ। ਕਹਿੰਦੇ ਕਿ ਉੱਧਰ ਚੋਜੀ ਪ੍ਰੀਤਮ ਅੰਤਰਜਾਮੀ ਪਾਤਸ਼ਾਹ ਸਭ ਜਾਣਦੇ ਸਨ। ਜਦੋਂ ਇਹ ਪਤੀ ਪਤਨੀ ਦਰਬਾਰ ਦੇ ਵਿੱਚ ਆਏ ਤਾਂ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ, ਤੁਸੀਂ ਸੰਗਤ ਦੀ ਸੇਵਾ ਬੜੀ ਭੱਜ ਕੇ ਮਨ ਲਗਾ ਕੇ ਕਰ ਰਹੇ ਹੋ, ਤਾਂ ਅਸੀਂ ਤੁਹਾਡੇ ਤੋਂ ਖੁਸ਼ ਹਾਂ। ਦੱਸੋ ਤੁਹਾਨੂੰ ਕੀ ਚਾਹੀਦਾ ਹੈ। ਕਹਿੰਦੇ ਕਿ ਬੜੀ ਹੀ ਭਾਵਨਾ ਦੇ ਨਾਲ ਤੁਸੀਂ ਸੇਵਾ ਕਰ ਰਹੇ ਹੋ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਜੋ ਮੰਗਣਾ ਹੈ ਮੰਗੋ, ਤਾਂ ਕਹਿੰਦੇ ਪਤਨੀ ਨੇ ਆਪਣੇ ਪਤੀ ਵੱਲ ਵੇਖਿਆ ਤੇ ਕਿਹਾ ਕਿ ਮੈਂ ਹੀ ਮੰਗਣਾ ਹੈ। ਤਾਂ ਪਤੀ ਕਹਿਣ ਲੱਗਾ ਸੱਚੇ ਪਾਤਸ਼ਾਹ ਜੋ ਵੀ ਮੰਗਣਾ ਹੈ ਮੇਰੀ ਘਰਵਾਲੀ ਹੀ ਤੁਹਾਡੇ ਤੋਂ ਮੰਗੇਗੀ। ਕਹਿੰਦੇ ਕਿ ਅੰਤਰਜਾਮੀ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਪੁਰਖ ਜੇ ਤਾਂ ਤੂੰ ਮੰਗਿਆ ਤੇਰੇ ਕੋਲ ਬਹੁਤ ਮੌਕੇ ਹਨ, ਪਰ ਜੇ ਤੇਰੀ ਪਤਨੀ ਨੇ ਮੰਗਿਆ ਇਸ ਨੂੰ ਇੱਕ ਹੀ ਮੌਕਾ ਦੇਵਾਂਗਾ, ਇੱਕੋ ਮੌਕੇ ਦੇ ਵਿੱਚ ਇੱਕੋ ਹੀ ਲਾਈਨ ਦੇ ਵਿੱਚ ਇਸ ਨੂੰ ਸਭ ਕੁਝ ਮੰਗਣਾ ਪੈਣਾ ਹੈ, ਦੂਜੀ ਵਾਰ ਕੋਈ ਵੀ ਬਚਨ ਨਹੀਂ ਹੋਵੇਗਾ। ਕਹਿੰਦੇ ਕਿ ਹੁਣ ਪਤੀ ਨੇ ਆਪਣੀ ਪਤਨੀ ਵੱਲ ਦੇਖਿਆ ਤੇ ਕਿਹਾ ਭਾਗਵਾਨੇ ਮੈਂ ਮੰਗ ਲਵਾਂ, ਪਰ ਪਤਨੀ ਤਾਂ ਆਪਣੀ ਜਿੱਦ ਤੇ ਅੜੀ ਸੀ ਤੇ ਕਹਿਣ ਲੱਗੀ ਮੈਂ ਹੀ ਮੰਗਾਂਗੀ। ਪਾਤਸ਼ਾਹ ਨੇ ਕਿਹਾ ਕਿ ਚਲੋ ਫਿਰ ਠੀਕ ਹੈ, ਦੱਸੋ ਤੁਹਾਨੂੰ ਕੀ ਚਾਹੀਦਾ ਹੈ। ਉਹ ਬੀਬੀ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਪਿੱਛਾ ਆਇਆ। ਕਹਿੰਦੇ ਕਿ ਉਹ ਬੀਬੀ ਕਹਿਣ ਲੱਗੀ ਕਿ ਬੇਨਤੀ ਗੁਰੂ ਦੇ ਅੱਗੇ ਵੇਖਾਂ ਸੋਨੇ ਦੀ ਮਧਾਣੀ ਹੋਵੇ, ਦੁੱਧ ਰਿੜਕਦੀ ਵੇਖਾਂ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਬੀਬੀ ਭਿੱਖਾਂ ਦੀ ਮੰਗ ਸੁਣ ਕੇ ਬੜੇ ਖੁਸ਼ ਹੋਏ, ਕਿਉਂਕਿ ਅੰਤਰਜਾਮੀ ਪਾਤਸ਼ਾਹ ਸਮਝ ਗਏ ਕਿ ਇਹਨੇ ਤਾਂ ਇੱਕੋ ਲਾਈਨ ਵਿੱਚ ਸਭ ਕੁਝ ਮੰਗ ਲਿਆ ਹੈ। ਹੁਣ ਸੋਨੇ ਦੀ ਮਧਾਣੀ ਤਾਂ ਉਸ ਘਰ ਦੇ ਵਿੱਚ ਹੀ ਹੋਵੇਗੀ ਜਿਹੜਾ ਘਰ ਅਮੀਰ ਹੋਵੇਗਾ, ਭਾਵ ਕਿ ਇੰਨੀ ਅਮੀਰੀ ਇਹਨੇ ਮੰਗ ਲਈ। ਇਸਨੇ ਜੇ ਆਪਣੀ ਨੌਂ ਨੂੰ ਦੁੱਧ ਰਿੜਕਦੀ ਵੇਖਣਾ ਹੈ ਤਾਂ ਪਹਿਲਾਂ ਪੁੱਤ ਹੋਵੇਗਾ, ਫਿਰ ਹੀ ਘਰ ਦੇ ਵਿੱਚ ਨੌਂ ਆਵੇਗੀ। ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਦੁੱਧ ਰਿੜਕਦੀ ਨੂੰ ਵੇਖਾਂ, ਭਾਵ ਕਿ ਮੇਰੀਆਂ ਅੱਖਾਂ ਦੀ ਜੋਤ ਮੈਨੂੰ ਦੇ ਦਿਓ। ਇੱਕੋ ਹੀ ਲਾਈਨ ਵਿੱਚ ਅੱਖਾਂ ਦੀ ਜੋਤ ਵੀ ਮੰਗ ਲਈ, ਆ ਮੇਰੀ ਵੀ ਮੰਗ ਲਈ, ਅੱਖਾਂ ਦੀ ਜੋਤ ਵੀ ਮੰਗ ਲਈ ਤੇ ਆਪਣੇ ਲਈ ਪੁੱਤ ਲਈ ਵੀ ਤੇ ਸਭ ਕੁਝ ਮੰਗ ਲਿਆ। ਕਹਿੰਦੇ ਕਿ ਸਤਿਗੁਰ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਤੇ ਕਿਹਾ ਬੀਬੀ ਕੀ ਮੰਗਿਆ ਹੈ। ਫਿਰ ਕਹਿੰਦੇ ਜਦੋਂ ਪਾਤਸ਼ਾਹ ਜੀ ਨੇ ਇੰਝ ਕਿਹਾ ਤਾਂ ਬੀਬੀ ਭਿੱਖਾਂ ਨੇ ਅੱਗੋਂ ਕਿਹਾ। ਬੀਬੀ ਭਿੱਖਾਂ ਕਹਿਣ ਲੱਗੀ ਬੇਨਤੀ ਗੁਰੂ ਦੇ ਅੱਗੇ ਵੇਖਾਂ ਸੋਨੇ ਦੀ ਮਧਾਣੀ ਹੋਵੇ, ਨੌਂ ਦੁੱਧ ਰਿੜਕਦੀ ਹੋਵੇ, ਵੇਖਾਂ ਚੁਬਾਰੇ ਤੇ ਪੰਘੂੜਾ ਹੋਵੇ, ਪੋਤਰਾ ਖੇਡਦਾ ਵੇਖਾਂ। ਅੱਗੋਂ ਪੁੱਤ ਦਾ ਵੀ ਪੁੱਤ ਮੰਗ ਲਿਆ ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਬੀਬੀ ਤੈਨੂੰ ਇੱਕ ਮੌਕਾ ਦਿੱਤਾ ਸੀ। ਕਹਿੰਦੇ ਉਹ ਬੀਬੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਤੁਸੀਂ ਹੀ ਕਿਹਾ ਹੈ ਕਿ ਦੁਬਾਰਾ ਬੋਲ ਨਹੀਂ ਸਕਦੇ, ਮੈਂ ਇੱਕ ਮੌਕੇ ਵਿੱਚ ਸਭ ਕੁਝ ਮੰਗ ਲਿਆ। ਤਾਂ ਅੰਤਰਜਾਮੀ ਪਾਤਸ਼ਾਹ ਉਹਨਾਂ ਦੀ ਸੇਵਾ ਤੋਂ ਭਾਵਨਾ ਤੋਂ ਬੜੇ ਖੁਸ਼ ਹੋ ਚੁੱਕੇ ਸਨ। 3 ਵਾਰ ਕਹਿ ਦਿੱਤਾ ਨਿਹਾਲ ਨਿਹਾਲ ਨਿਹਾਲ, ਭਾਵ ਕਿ ਸਭ ਕੁਝ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ। ਸੋ ਸਾਧ ਸੰਗਤ ਜੀ ਆਪਾਂ ਇਹ ਸਾਖੀ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ। ਪਾਤਸ਼ਾਹ ਦਿਆਲਤਾ ਦੇ ਘਰ ਵਿੱਚ ਆ ਜਾਣ, ਤਰਸ ਦੇ ਘਰ ਵਿੱਚ ਆ ਜਾਣ, ਜਦੋਂ ਖੁਸ਼ੀ ਦੇ ਘਰ ਵਿੱਚ ਆ ਜਾਣ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਐਸੀਆਂ ਮਿਹਰਾਂ ਕਰਦੇ ਹਨ ਕਿ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿੰਦੇ ਹਨ। ਇਸ ਕਰਕੇ ਸਬਰ ਦੇ ਨਾਲ ਭਰੋਸੇ ਦੇ ਨਾਲ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੰਗਣਾ ਹੈ ਅਤੇ ਗੁਰੂ ਤੋਂ ਜਦੋਂ ਮੰਗਣਾ ਹੈ ਗੁਰੂ ਅੱਗੇ ਇਹ ਭੇਟਾ ਜ਼ਰੂਰ ਲੈ ਕੇ ਜਾਓ। ਇੱਕ ਤਾਂ ਭਰੋਸੇ ਦੀ ਭੇਟਾ, ਦੂਸਰੀ ਸੰਗਤ ਸੇਵਾ। ਸੇਵਾ ਇੰਝ ਕਰਨੀ ਹੈ ਕਿ ਸਿਮਰਨ ਕਰਦਿਆਂ ਹੋਇਆਂ ਸਾਡੇ ਤੋਂ ਬਹੁਤ ਸਾਰੇ ਭੈਣ ਭਰਾ ਜੋ ਵੀ ਹੋ ਸਕਦਾ ਹੈ ਰੋਜ਼ ਗੁਰੂ ਘਰ ਜਾ ਕੇ ਸੇਵਾ ਕਰਦੇ ਹੋਣ, ਪਰ ਸਾਡਾ ਸੇਵਾ ਕਰਨ ਦਾ ਤਰੀਕਾ ਗਲਤ ਹੈ। ਅਸੀਂ ਗੱਲਾਂ ਕਰਦੇ ਹਾਂ ਸੇਵਾ ਕਰਦੇ। ਕਈ ਵਾਰ ਆਪਾਂ ਲੰਗਰਾਂ ਦੇ ਵਿੱਚ ਬੀਬੀਆਂ ਨੂੰ ਦੇਖਦੇ ਹਾਂ, ਉਹ ਲੰਗਰ ਦੀ ਸੇਵਾ ਕਰ ਰਹੀਆਂ ਹੁੰਦੀਆਂ ਹਨ ਅਤੇ ਨਾਲ ਕਿਸੇ ਨਾ ਕਿਸੇ ਦੀ ਬੁਰਾਈ ਵੀ ਕਰ ਰਹੀਆਂ ਹੁੰਦੀਆਂ ਨੇ। ਭਾਵ ਕਿ ਅਸੀਂ ਕਈ ਵਾਰ ਲੰਗਰ ਦੀ ਸੇਵਾ ਕਰਨ ਲੱਗਿਆਂ ਕਿਸੇ ਦੀ ਨਿੰਦਿਆ ਚੁਗਲੀ
ਕਰਨ ਲੱਗ ਜਾਂਦੇ ਹਾਂ। ਇਹ ਸਾਡੇ ਵਿੱਚ ਕਮੀਆਂ ਹਨ, ਪਰਹੇਜ਼ ਨਹੀਂ ਕਰਦੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਾਰ ਸੇਵਾ ਦੇ ਵਿੱਚ ਜਿਹੜੀ ਸੇਵਾ ਕਰੀਏ, ਸਿਮਰਨ ਕਰਕੇ ਹੀ ਕਰਨੀ ਚਾਹੀਦੀ ਹੈ। ਬਸ ਇਹ ਜੁਗਤੀ ਸਾਨੂੰ ਇਸ ਸਾਖੀ ਤੋਂ ਮਿਲ ਚੁੱਕੀ ਹੈ। ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੈ ਤਾਂ ਪਹਿਲਾਂ ਭਰੋਸੇ ਦੇ ਨਾਲ ਗੁਰੂ ਦੇ ਕੋਲ ਜਾਣਾ ਹੈ, ਗੁਰੂ ਦੇ ਹੋ ਕੇ ਜਾਣਾ ਹੈ। ਇੱਧਰ ਉੱਧਰ ਦੀਆਂ ਆਸਾਂ ਛੱਡ ਦੇਣੀਆਂ ਹਨ। ਫਿਰ ਗੁਰੂ ਦੀ ਸੰਗਤ ਦੀ ਸੇਵਾ ਕਰਨੀ ਹੈ। ਸੰਗਤ ਦੀ ਸੇਵਾ ਤੋਂ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ ਹੁੰਦੇ ਹਨ। ਕੋਈ ਮਨ ਲਾ ਕੇ ਸੰਗਤ ਦੀ ਸੇਵਾ ਕਰਕੇ ਤਾਂ ਦੇਖੇ। ਮਹਾਂਪੁਰਖ ਜੀ ਆਖਦੇ ਹਨ ਕਿ ਜਿਹੜੇ ਸੁੱਖ ਪਦਾਰਥਾਂ ਨੂੰ ਆਪਾਂ ਪ੍ਰਾਪਤ ਕਰਨ ਦੇ ਲਈ ਇੱਧਰ ਉੱਧਰ ਭੱਜੇ ਫਿਰਦੇ ਹਾਂ, ਇਹ ਸੁੱਖ ਪਦਾਰਥ, ਇਹ ਧਨ ਦੌਲਤਾਂ ਸਾਨੂੰ ਸੰਗਤ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੀ ਹੈ। ਫਿਰ ਆਪ ਸੋਚੋ, ਜੋ ਸਾਡੇ ਸੱਚੇ ਪਾਤਸ਼ਾਹ ਜੀ ਦੀ ਸੰਗਤ ਚਰਨ ਧੂੜ ਸਾਨੂੰ ਇਹ ਚੀਜ਼ਾਂ ਮਿਲ ਸਕਦੀਆਂ ਹਨ, ਤਾਂ ਫਿਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਸਾਨੂੰ ਕੀ ਕੁਝ ਮਿਲ ਜਾਵੇਗਾ। ਤਾਂ ਅੱਜ ਹੀ ਮਨ ਦੇ ਵਿੱਚ ਪੱਕਾ ਧਾਰ ਲਈਏ, ਜੋ ਵੀ ਮੰਗਣਾ ਹੈ ਗੁਰੂ ਤੋਂ ਹੀ ਮੰਗਣਾ ਹੈ, ਭਰੋਸੇ ਦੇ ਨਾਲ ਮੰਗਣਾ ਹੈ। ਇੱਧਰ ਉੱਧਰ ਦੀ ਆਸ ਛੱਡ ਦੇਣੀ ਹੈ। ਜੇ ਸਾਨੂੰ ਸਮਾਂ ਲੱਗ ਰਿਹਾ ਹੈ ਤੇ ਕੋਈ ਚੀਜ਼ ਨਹੀਂ ਮਿਲ ਰਹੀ, ਇਹ ਨਹੀਂ ਕਿ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਹਨ। ਗੁਰੂ ਦਾ ਦਰ ਛੱਡ ਕੇ ਹੋਰ ਹੀ ਦੇਹਧਾਰੀ ਬਾਬਿਆਂ ਦੇ ਪਿੱਛੇ ਤੁਰ ਪੈਣਾ ਹੈ। ਮਹਾਂਪੁਰਖ ਜੀ ਆਖਦੇ ਹਨ ਕਿ ਜਿਨ੍ਹੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਛੱਡ ਦਿੱਤਾ, ਉਹ ਬੰਦਾ ਤਾਂ ਫਿਰ ਧੱਕਿਆਂ ਜੋਗਾ ਹੀ ਰਹਿ ਜਾਂਦਾ ਹੈ। ਸਿੱਖਾਂ ਜੋ ਵੀ ਮਿਲਣਾ ਹੈ ਆਪਣੇ ਗੁਰੂ ਦੇ ਦਰ ਤੋਂ ਮਿਲਣਾ ਹੈ। ਇਸ ਲਈ ਜਦੋਂ ਵੀ ਗੁਰੂ ਘਰੇ ਜਾਣਾ ਹੈ, ਪੂਰਨ ਭਰੋਸੇ ਵਿਸ਼ਵਾਸ ਦੇ ਨਾਲ ਜਾਣਾ ਹੈ। ਸੋ ਸਾਧ ਸੰਗਤ ਜੀ, ਗੁਰੂ ਘਰ ਜਾਣਾ, ਜੇਕਰ ਤੁਸੀਂ ਇਹ 3 ਗੱਲਾਂ ਆਪਣੇ ਪੱਲੇ ਨਾਲ ਬੰਨ੍ਹ ਲੈਂਦੇ ਹੋ ਤਾਂ ਪਰਮਾਤਮਾ ਜੀ ਤੁਹਾਡੀ ਝੋਲੀ ਦੇ ਵਿੱਚ ਹਮੇਸ਼ਾ ਹੀ ਖੁਸ਼ੀਆਂ ਪਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।